पंजाब दे विच मुड़ तो वोटां पैणगीਆਂ 16 ਦਸੰਬਰ ਨੂੰ ਰੀਪੋਲਿੰਗ ਹੋਣੀ ਹੈ। ਚੋਣਾਂ ਦੇ ਲਈ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਨੇ। ਕਾਊਂਟਿੰਗ ਦੇ ਲਈ ਵੀ ਤਿਆਰੀਆਂ ਮੁਕੰਮਲ ਨੇ। ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਔਰ ਗਿਣਤੀ ਦੇ ਦੌਰਾਨ ਵੀਡੀਓਗ੍ਰਾਫੀ ਹੋਣੀ ਹੈ। 16 ਦਸੰਬਰ ਨੂੰ ਰੀਪੋਲਿੰਗ ਹੋਣ ਜਾ ਰਹੀ है कई ਥਾਵਾਂ ਦੇ ਉੱਪਰ क्योंकि लड़ाई झगड़े ਦੀਆਂ ਖਬਰਾਂ ਬੂਥ ਕੈਪਚਰਿੰਗ ਦੀਆਂ ਖਬਰਾਂ ਸਾਹਮਣੇ ਆਈਆਂ ਔਰ ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਥਾਵਾਂ ਦੇ ਉੱਪਰ ਰੀਪੋਲਿੰਗ ਕਰਵਾਈ ਜਾਵੇ क्योंकि कई बैलेट पेपरां ਦੇ ਉੱਪਰ ਚੋਣ ਨਿਸ਼ਾਨ ਨਹੀਂ ਸੀ ਜਾਂ ਫਿਰ ਗਲਤ ਸਨ। ਤਾਂ ਇਸ ਤਰੀਕੇ ਦੀਆਂ ਖਬਰਾਂ ਜਦੋਂ ਸਾਹਮਣੇ ਆਈਆਂ ਤਾਂ ਉਸ ਤੋਂ ਬਾਅਦ ਇਹ ਜਿਹੜੀ ਗਿਣਤੀ ਹੈ ਉਹ ਰੀਪੋਲਿੰਗ ਜਿਹੜੀ ਹੋਣੀ ਹੈ ਗਿਣਤੀ ਤੋਂ ਪਹਿਲਾਂ 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ, ਉਦੋਂ ਨਤੀਜਾ ਆ ਜਾਣਾ ਹੈ। ਲੇਕਿਨ 16 ਦਸੰਬਰ ਨੂੰ ਰੀਪੋਲਿੰਗ ਹੋਣੀ ਹੈ ਕਈ ਥਾਵਾਂ ਦੇ ਉੱਪਰ ਕਈ ਹਲਕਿਆਂ ਦੇ ਵਿੱਚ ਜਿੱਥੇ ਬੂਥ ਕੈਪਚਰਿੰਗ ਦੇ ਐਲੀਗੇਸ਼ਨ ਸੀ ਜਾਂ ਫਿਰ ਕੋਈ ਹੋਰ ਫਾਲਟ ਜਿਵੇਂ ਬੈਲਟ ਪੇਪਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਵੱਲੋਂ जो ध्यान दिता गया कि उत्थे चोण निशान दे विच गड़बड़ी है। शिकायतां जो मिलियां सी इलैक्शन कमिशन नूं तां उस तो बाद रीपोलिंग दा फैसला लिया गया है। हालांकि जिथे थावां ते गिनती हुई है स्ट्रॉन्ग रूम के बाहर पुख्ता इंतजाम भी किए गए हैं। गिनती दौरान वीडियोग्राफी भी होगी, सारा कुछ कैमरिਆਂ ਦੀਆਂ ਨਿਗਰਾਨੀਆਂ ਦੇ ਹੇਠ होना है। पंजाब दे विच हालांकि मुड़ तो 16 दसंबर नूं वोटां पैणीਆਂ ने, रीपोलिंग होगी। ਵੱਖ-ਵੱਖ ਜਿਹੜੇ ਬੂਥ ਨੇ ਜਿੱਥੇ ਬੂਥ ਕੈਪਚਰਿੰਗ ਜਾਂ ਫਿਰ ਜੋ ਸ਼ਿਕਾਇਤਾਂ ਇਲੈਕਸ਼ਨ ਕਮਿਸ਼ਨ ਦੇ ਕੋਲ ਗਈਆਂ ਸੀ ਚੋਣ ਨਿਸ਼ਾਨ ਨੂੰ ਲੈ ਕੇ ਕਿ ਚੋਣ ਨਿਸ਼ਾਨ ਜਾਂ ਤਾਂ ਗਾਇਬ ਨੇ ਜਾਂ ਤਾਂ ਗਲਤ ਨੇ, ਉਸੇ ਨੂੰ ਲੈ ਕੇ ਜਿਹੜੀ ਇਹ ਦੁਬਾਰਾ ਤੋਂ ਕਈ ਥਾਵਾਂ ਦੇ ਉੱਪਰ ਰੀਪੋਲਿੰਗ ਹੋਵੇਗੀ। ਦੇ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਸੀਗੀਆਂ, ਇਹ ਹੋ ਨਿਬੜੀਆਂ ਨੇ ਤੇ ਤਕਰੀਬਨ 48% ਵੋਟ ਸ਼ੇਅਰ ਹੈ ਜਿਹੜਾ ਐਤਕੀ ਪਿਆ ਹੈ ਔਰ 17 ਤਰੀਕ ਨੂੰ ਇਸ ਦਾ ਰਿਜ਼ਲਟ ਆਉਣ ਵਾਲਾ ਹੈ। ਕਿਵੇਂ ਦਾ ਇਹ ਰਿਹਾ ਹੈ ਸਾਰਾ ਕੁਝ ਔਰ ਕਿੱਥੇ ਕਿੱਥੇ ਜਿਹੜੀਆਂ ਖਬਰਾਂ ਥੋੜੀਆਂ ਝੜਪਦੀਆਂ ਆਈਆਂ ਜਾਂ ਹੋਰ ਐਲੀਗੇਸ਼ਨਸ ਲੱਗੇ ਉਹਦੇ ਬਾਬਤ ਕੀ ਕਹਿਣਗੇ ਸਾਡੇ ਨਾਲ ਰਾਜ ਚੋਣ ਅਧਿਕਾਰੀ ਨੇ ਔਰ ਰਾਜ ਕਮਲ ਚੌਧਰੀ ਹੋਣੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਨੇ। ਸਰ, ਜਿਸ ਤਰੀਕੇ ਦੇ ਨਾਲ ਵੋਟਿੰਗ ਪਰਸੈਂਟੇਜ ਦੀ ਪਹਿਲਾਂ ਤਾਂ ਆਪਾਂ ਗੱਲ ਕਰੀਏ ਕਿ ਬਹੁਤ ਘੱਟ ਰਹੀ ਹੈ, ਪਰ ਹਾਂ ਸਾਰੇ ਪਾਸੇ ਚੋਣਾਂ ਨੇ ਜਿਹੜੀਆਂ ਹੋ ਨਿਬੜੀਆਂ ਨੇ, ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ ਇਸ ਤਰ੍ਹਾਂ ਹੈ ਕਿ 18,222 ਪੋਲਿੰਗ ਬੂਥ ਸੀਗੇ ਸਾਡੇ, ਜਿਹਦੇ ਵਿੱਚ ਮੈਂ ਸਮਝਦਾ ਕਿ ਕੱਲ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਚੋਣਾਂ ਹੋਈਆਂ ਹੈਗੀਆਂ। ਕੋਈ ਮੇਜਰ ਘਟਨਾ ਜਿਵੇਂ ਕੋਈ ਡੈਥ ਹੋਵੇ, ਜਿਵੇਂ ਕਈ ਵਾਰ ਇਲੈਕਸ਼ਨ ਵਿੱਚ ਰਿਪੋਰਟ ਹੁੰਦੀਆਂ ਹੈਗੀਆਂ, ਜਾਂ ਕੋਈ ਗ੍ਰੀਵਸ ਇੰਜਰੀ ਵਾਲੇ ਕੇਸਿਸ ਇਸ ਤਰ੍ਹਾਂ ਦੇ ਕੋਈ ਨਹੀਂ ਆਇਆ ਹੈਗਾ। ਇਹ ਜ਼ਰੂਰ ਹੈਗਾ ਕਿ ਕੁਝ ਥਾਵਾਂ ਤੋਂ, ਬਹੁਤ ਥੋੜ੍ਹੇ ਥਾਵਾਂ ਤੋਂ ਕੁਝ ਝੜਪਾਂ ਜਿਹੜੀਆਂ ਹੁੰਦੀਆਂ ਉਹ ਹੁੰਦੀਆਂ। ਅਨਫੋਰਚੂਨੇਟ ਹੈ, ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਆਪਣੇ ਝੜਪ ਵੀ ਨਹੀਂ ਹੋਣੇ ਚਾਹੀਦੇ, ਪਰੰਤੂ ਕਿਉਂਕਿ ਇਸ ਵਾਰ ਮਾਹੌਲ ਜਿਹੜਾ ਹੈਗਾ, ਪੋਲੀਟੀਕਲ ਮਾਹੌਲ ਜਿਹੜਾ ਕਾਫੀ ਗਰਮਾਇਆ ਸੀਗਾ ਅਤੇ ਪੋਲੀਟੀਕਲ ਪਾਰਟੀਜ਼ ਜਿਹੜੀਆਂ ਨੈਸ਼ਨਲ ਪਾਰਟੀਜ਼ ਇਨਫੈਕਟ ਔਰ ਸਟੇਟ ਪਾਰਟੀ ਜਿਹੜੀ ਹੈਗੀ ਹੈ ਉਹ ਕਾਫੀ ਆਪਣਾ ਜ਼ੋਰ ਅਜ਼ਮਾਇਸ਼ ਕਰ ਰਹੇ ਸੀਗੇ। So that was, but still overall I think it has been done very well and the results ਜਿਹੜੇ ਹੈਗੇ ਉਹ ਤਾਂ ਚਲੋ 17 ਨੂੰ ਆਉਣਗੇ, ਬਟ ਚੋਣ ਚੰਗੀ ਤਰ੍ਹਾਂ ਹੋ ਗਈ ਹੈ। ਹਾਂ, ਪਰਸੈਂਟੇਜ ਜਿਹੜੀ ਹੈਗੀ ਹੈ ਚੋਣ ਦੀ ਉਹ ਹੈਗੀ ਹੈ 48.39%. This is the figures which we have latest got from the from the NIC officials after tallying all the data from the field. So ਇਹ 2018 ਵਿੱਚ 58% ਸੀਗੀ, ਇਹਦੇ 'ਚ ਇਹ ਵੀ ਗੱਲ ਹੈਗੀ, ਪਰ 2018 ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿਉਂਕਿ 2017 ਵਿੱਚ ਜੇ ਸਾਨੂੰ ਯਾਦ ਹੈ ਕਿ ਨਵੀਂ ਸਰਕਾਰ ਆਈ ਸੀਗੀ ਅਤੇ 2018 ਵਿੱਚ ਚੋਣ ਹੋਈਆਂ ਸੀਗੀਆਂ। ਸੋ ਬਟ ਇਸ ਵਾਰ ਜਿਹੜੀ ਹੈਗੀ 48.39% ਆਈ ਆਲਸੋ ਫੀਲ ਇਜ਼ ਅ ਲਿਟਲ ਬਿਟ ਲੈਸ, ਬਟ ਵੀ ਹੈਵ ਡਨ ਅ ਲਿਟਲ ਬਿਟ ਐਨਾਲਿਸਿਸ। ਅਤੇ ਵੈਸੇ ਤਾਂ ਐਨਾਲਿਸਿਸ ਇਜ਼ ਟੂ ਬੀ ਡਨ ਬਾਈ ਦੀ ਪੋਲੀਟੀਕਲ ਐਨਾਲਿਸਟਸ, ਉਹਨਾਂ ਵੱਲੋਂ ਵਿਸ਼ਲੇਸ਼ਣ ਵਗੈਰਾ ਕੀਤਾ ਜਾਂਦਾ, ਬਾਅਦ ਵਿੱਚ ਉਹ ਵੀ ਹੁੰਦਾ ਜਾਊਗਾ। ਬਟ ਮੈਂ ਦੇਖਿਆ ਹੈਗਾ ਕਿ ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਵੋਟਿੰਗ ਹੋਈ ਹੈ, ਤਰਨ ਵਿੱਚ ਵੀ ਬਹੁਤ ਘੱਟ ਹੋਈ ਹੈ। ਅੰਮ੍ਰਿਤਸਰ ਵਿੱਚ ਤਕਰੀਬਨ 38.9% ਹੋਈ ਹੈ, ਤਰਨਤਾਰਨ 41% ਕੇਵਲ ਹੋਈ ਹੈ। ਬਟ ਮਾਲਵਾ ਵਿੱਚ ਜਿਹੜਾ ਮਾਨਸਾ ਹੈਗਾ ਉਹਦੀ ਸਭ ਤੋਂ ਜ਼ਿਆਦਾ 56% ਹੋਈ ਹੈ, ਮਲੇਰਕੋਟਲਾ 55% ਹੋਈ ਹੈ, ਮੋਹਾਲੀ ਵੀ 55% ਵੋਟਿੰਗ ਹੋਈ ਹੈ। ਸੋ ਜਦੋਂ ਵੀ 55% ਹੁੰਦੀ ਹੈ ਦੈਟ ਵੀ ਕੰਸੀਡਰ ਟੂ ਬੀ ਰੀਜ਼ਨੇਬਲੀ ਓਕੇ ਫॉर ਦੀ ਜ਼ਿਲ੍ਹਾ ਪਰਿਸ਼ਦ ਪੰਚਾਇਤ ਇਲੈਕਸ਼ਨਸ। ਸੋ ਮਾਲਵਾ ਵਿੱਚ ਓਵਰਆਲ 52% ਵੋਟਿੰਗ ਹੋਈ ਹੈ, ਬਟ ਓਵਰਆਲ ਨੈਚੁਰਲੀ ਕਿਉਂਕਿ ਅੰਮ੍ਰਿਤਸਰ ਏਰੀਆ ਮਾਝਾ ਏਰੀਆ ਵੋਟਿੰਗ ਘੱਟ ਹੋਈ ਹੈ ਅਤੇ ਉਹਦਾ ਕਾਰਨ ਤਾਂ ਕਮਿਸ਼ਨ ਨਹੀਂ ਦੱਸ ਸਕਿਆ, ਕਿਉਂਕਿ ਸਾਡਾ ਕੰਮ ਹੈਗਾ ਕਿ ਅਸੀਂ ਵੋਟਿੰਗ ਪ੍ਰੋਪਰ ਸਹੂਲਤਾਂ ਅਤੇ ਪ੍ਰੋਪਰ ਅਰੇਂਜਮੈਂਟਸ ਕਰਨ। ਜੀ ਸਰ, ਦੇਖਿਆ ਗਿਆ ਕਿ ਕਈ ਥਾਵਾਂ ਦੇ ਉੱਤੇ ਜਿਹੜਾ ਹੈ ਐਲੀਗੇਸ਼ਨਸ ਲਗਾਏ ਗਏ ਨੇ ਕਿ ਆਫਟਰ ਇਲੈਕਸ਼ਨ ਚੁੱਕ ਕੇ ਭੱਜ ਰਹੇ ਨੇ, ਬੈਲਟ ਪੇਪਰ ਚੁੱਕ ਕੇ ਭੱਜ ਰਹੇ ਨੇ, ਪ੍ਰੋਪਰ ਬਾਕਸਿਸ ਚੁੱਕ ਕੇ ਭੱਜ ਰਹੇ ਨੇ, ਜਾਂ ਫਿਰ ਇੱਕ ਜਗ੍ਹਾ ਦੇ ਉੱਤੇ ਹਮਲਾ ਵੀ ਕੀਤਾ ਗਿਆ ਹੈਗਾ ਇੱਕ ਭਾਜਪਾ ਆਗੂ ਦੇ ਉੱਤੇ। ਅਤੇ ਫਿਰ ਇਹ ਜਿਹੀਆਂ ਜਿਹੜੀਆਂ ਸਾਹਮਣੇ ਕੰਡੀਸ਼ਨਸ ਆਈਆਂ ਨੇ ਇਸ ਨੂੰ ਕਿਸ ਤਰੀਕੇ ਡੀਲ ਕੀਤਾ ਜਾ ਰਿਹਾ? ਜੋ ਵੀ ਸ਼ਿਕਾਇਤਾਂ ਸਾਡੇ ਕੋਲ ਆਉਂਦੀਆਂ ਹੈਗੀਆਂ ਜਾਂ ਕੈਂਡੀਡੇਟਸ ਵੱਲੋਂ ਜਾਂ ਪੋਲੀਟੀਕਲ ਪਾਰਟੀਜ਼ ਵੱਲੋਂ ਜਾਂ ਸੀਨੀਅਰ ਲੀਡਰਸ ਵੱਲੋਂ, ਅਸੀਂ ਉਹਨਾਂ ਨੂੰ ਬੜੇ ਵੀ ਟੇਕ ਇਟ ਵੈਰੀ ਸੀਰੀਅਸਲੀ।
So yesterday, yes, we had received complaints from some districts, including district ਮੁਕਤਸਰ ਵਿੱਚ ਗਿੱਦੜਬਾਹਾ ਦਾ ਕੁਝ ਏਰੀਆ ਸੀਗਾ, ਉੱਥੇ ਸ਼ਿਕਾਇਤ ਆਈ ਸੀ ਕਿ ਉੱਥੇ ਬੂਥ ਕੈਪਚਰਿੰਗ ਹੋਈ। ਅਸੀਂ ਤੁਰੰਤ ਰਿਪੋਰਟਸ ਵਗੈਰਾ ਮੰਗਾਈਆਂ, ਗੱਲ ਮੈਂ ਕੀਤੀ ਆਪਣੇ ਡਿਪਟੀ ਕਮਿਸ਼ਨਰਸ ਵਗੈਰਾ ਨਾਲ। ਇੱਕ ਉੱਥੇ ਸਾਡੇ ਆਬਜ਼ਰਵਰਸ ਵੀ ਅਸੀਂ ਇਸ ਵਾਰ ਸਾਰਿਆਂ ਜ਼ਿਲ੍ਹਿਆਂ ਵਿੱਚ ਭੇਜੇ ਹੈਗੇ ਆ। ਸੋ ਸਾਡੇ ਆਬਜ਼ਰਵਰ ਸਾਹਿਬਾਨ ਨੂੰ ਵੀ ਮੈਂ ਕਿਹਾ ਕਿ ਤੁਸੀਂ ਵੀ ਜਾ ਕੇ ਇੱਕ ਵਾਰ ਚੰਗੀ ਤਰ੍ਹਾਂ ਚੈੱਕ ਕਰੋ। ਸੋ when we determined that yes, in fact there has been incidents of booth capturing in village Babiana, then we ordered for a repoll. And actually that is the only method which we have to instill confidence back in the people. तो ਥੋੜੀ ਦੇਰ ਬਾਅਦ ਫਿਰ ਇੱਕ ਹੋਰ ਪਿੰਡ ਹੈਗਾ ਮਧੀਰ, ਉੱਥੇ ਵੀ ਸ਼ਿਕਾਇਤ ਆਈ ਸੀਗੀ। ਤਾਂ ਉਹਦੇ ਵਾਸਤੇ ਵੀ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਮੈਂ ਸਾਰਾ ਕਹਿਤਾ ਸੀ ਕਿ ਇਹਨੂੰ ਅਸੀਂ ਰਿਪੋਰਟ ਕਰਾਵਾਂਗੇ। ਕੁਝ ਹੋਰ ਏਰੀਆਜ਼ ਵਿੱਚ ਇੱਕ ਤਾਂ ਪਿੰਡ ਚਾਈਆ ਸੀਗਾ ਗੁਰਦਾਸਪੁਰ ਵਿੱਚ, ਅਪੈਰੈਂਟਲੀ ਸਮ PRO ਪ੍ਰੈਜ਼ਾਈਡਿੰਗ ਆਫਿਸਰ ਵਾਸ ਟ੍ਰਾਈਂਗ ਟੂ ਐਕਟ ਫਨੀ ਐਂਡ ਉਹ ਵੀ ਆਪਣਾ ਕਹਿੰਦੇ ਸੀ, ਰਿਕਾਰਡਿੰਗ ਵੀ ਹੋ ਗਈ ਸੀ ਉਹਦੀ। ਬਟ ਸੋ ਇਹ ਸਾਰੀ ਗੱਲਾਂ ਹੈਗੀਆਂ। ਕੁਝ ਏਰੀਆਜ਼ ਵਿੱਚ ਅਨਫੋਰਚੂਨੇਟਲੀ ਦੀ ਬੈਲਟ ਪੇਪਰ ਡਿਊ ਟੂ ਕਿਸੇ ਹੋਰ ਜ਼ੋਨ ਦਾ ਜਾਂ ਪੋਲਿੰਗ ਸਟੇਸ਼ਨ ਦਾ ਨਾ ਉਹਦੇ ਵਿੱਚ ਮਿਕਸ ਹੋ ਗਿਆ ਸੀਗਾ। ਤਾਂ ਉਹਦੇ ਵਾਸਤੇ ਵੀ ਅਸੀਂ ਕਾਰਵਾਈ ਕਰ ਰਹੇ ਹੈਗੇ ਅਗੇਂਸਟ ਦੀ ਅਫੀਸ਼ੀਅਲਸ, ਕਿਉਂਕਿ ਤੁਸੀਂ ਇਹਨਾਂ ਨੇ ਸਾਰਿਆਂ ਨੂੰ ਹਦਾਇਤ ਸੀਗੀ ਕਿ ਤੁਸੀਂ ਜਿਹੜੇ ਵੀ ਬੈਲਟ ਪੇਪਰ ਲੈ ਕੇ ਆਓ ਉਹ ਚੈੱਕ ਕਰਕੇ ਲੈ ਕੇ ਆਓ। ਲੇਕਿਨ ਇੰਟਰਸਟਿੰਗ ਗੱਲ ਇਹ ਹੈ ਕਿ 18,222 ਪੋਲਿੰਗ ਬੂਥ ਸੀਗੇ ਜਿੱਥੇ ਇਲੈਕਸ਼ਨਸ ਹੋਈਆਂ ਸੀ, ਤੇ ਕੇਵਲ 16 ਬੂਥਸ ਵਿੱਚ ਅਸੀਂ ਰੀਪੋਲ ਦੇ ਆਰਡਰ ਕੀਤੇ ਹੈਗੇ ਆ। ਹੁਣ ਜਿੱਥੇ ਤੱਕ ਇਹ ਝੜਪਾਂ ਦੀ ਗੱਲ ਹੈਗੀ ਹੈ, ਜਿੱਥੇ ਤੱਕ ਹੋਰ ਵੀ ਚਲੋ ਆਈ ਥਿੰਕ ਸਮ ਇਸ਼ੂਜ਼ ਆਰ ਬੀਇੰਗ ਰੇਜ਼ਡ ਫਰਮ ਬਾਈ ਪੋਲੀਟੀਕਲ ਲੀਡਰਸ ਕਿ ਆ ਹੋਇਆ ਜੀ ਉਹ ਹੋਇਆ। ਲੈਟ ਮੀ ਬੀ ਵੈਰੀ ਕਲੀਅਰ, ਕਮਿਸ਼ਨ will order repoll in those cases where the poll has become vitiated. ਜਿੱਥੇ ਪੋਲਿੰਗ ਵਿਸ਼ੀਏਟ ਹੋਈ ਹੈ, ਜਿੱਥੇ ਲੱਗਦਾ ਹੈਗਾ ਕਿ ਪੋਲ ਹੁਣ ਰਿਜ਼ਲਟ ਠੀਕ ਤਰ੍ਹਾਂ ਨਹੀਂ ਆ ਸਕੇਗਾ, ਉਹ ਤੇ ਅਸੀਂ ਕਰ ਰਹੇ ਜ਼ਰੂਰ ਹੈਗੇ ਆ। ਇਟ ਇਜ਼ ਡਿਪੈਂਡੈਂਟ ਅਪੋਨ ਕੰਪਲੇਂਟਸ ਐਂਡ ਆਲਸੋ ਅਪੋਨ ਦੀ ਐਵੀਡੈਂਸ। ਸੋ ਐਵੀਡੈਂਸ ਜਿਹੜੀ ਹੈਗੀ ਅਸੀਂ ਉਹ ਲੈਂਦੇ ਹੈਗੇ ਆ। ਸੋ ਜਿੱਥੇ ਵੀ ਸਾਡੇ ਕੋਲ ਕੰਪਲੇਂਟਸ ਵਗੈਰਾ ਆਈ ਸੀ ਅਸੀਂ ਉੱਥੇ ਤੁਰੰਤ ਕਾਰਵਾਈ ਕੀਤੀ ਹੈਗੀ। ਦੈਟ ਇਜ਼ ਵਾਈ ਵੀ ਆਰ ਹੈਵਿੰਗ ਰੀਪੋਲ ਇਨ ਦੀਸ 16 ਪਲੇਸਿਸ। ਸਰ ਉਹਦੇ ਵਾਸਤੇ ਤਿਆਰੀਆਂ ਪੂਰੀਆਂ ਹੋ ਗਈਆਂ ਨੇ? ਕਾਊਂਟਿੰਗ ਵਾਸਤੇ ਤਿਆਰੀਆਂ ਪੂਰੀਆਂ ਹੈਗੀਆਂ। ਰੀਪੋਲ ਵਾਸਤੇ ਸਰ ਫਸਟ ਰੀਪੋਲ ਵਾਸਤੇ ਤਿਆਰੀ 100% ਠੀਕ ਹੈ। ਸਾਡੇ ਕੋਲ ਕੱਲ ਹੀ ਅਸੀਂ ਰਿਪੋਰਟਸ ਰੀਪੋਲ ਵਾਸਤੇ ਜੋ ਵੀ ਰეკਮੈਂਡੇਸ਼ਨ ਸੀ ਉਹ ਡੀਸੀਸ ਤੋਂ ਪ੍ਰਾਪਤ ਹੋ ਗਈਆਂ, ਸਾਰੇ ਡੀਸੀ ਗੁਰਦਾਸਪੁਰ ਮੁਕਤਸਰ ਵਗੈਰਾ ਤੋਂ, ਤੇ ਅਸੀਂ ਪਰਮਿਸ਼ਨ ਦੇ ਦਿੱਤੀ ਹੈਗੀ। ਤੋ ਰੀਪੋਲ ਜਿਹੜੀ ਹੈਗੀ ਉਸ ਅਸੀਂ ਇਹ ਵੀ ਕਹਾਂਗਾ ਕਿ ਫਰੈਸ਼ ਜਿਹੜੀ ਬੈਲਟ ਪੇਪਰਸ ਹੈਗੇ ਉਹ ਪ੍ਰਿੰਟ ਕੀਤੇ ਜਾਣ, ਔਰ ਫਰੈਸ਼ ਬੈਲਟ ਪੇਪਰਸ ਦੇ ਜ਼ਰੀਏ ਕਿਉਂਕਿ ਸੀਰੀਅਲ ਨੰਬਰ ਚੇਂਜ ਹੋਏਗਾ ਤਾਂ ਪੁਰਾਣੇ ਬੈਲਟ ਪੇਪਰਸ ਬਿਲਕੁਲ ਯੂਜ਼ ਨਹੀਂ ਹੋ ਸਕਣਗੇ। ਸੋ ਉਹਦੀ ਪਰਮਿਸ਼ਨ ਅਸੀਂ ਦੇਤੀ ਹੈ। ਰੀਪੋਲ ਜਿਹੜੀ ਹੈਗੀ ਕੱਲ੍ਹ ਨੂੰ ਹੋ ਜਾਏਗਾ। ਇਹ ਸਵਾਲ ਲਵਾਂਗੇ, ਵੀਡੀਓਗ੍ਰਾਫੀ ਦੀ ਗੱਲ ਹੈ ਜਿਹੜੀ ਵਿਰੋਧੀ ਪਾਰਟੀਆਂ ਦੇ ਵੱਲੋਂ ਕਹੀ ਜਾ ਰਹੀ ਹੈਗੀ ਹੈ ਕਿ ਜਦੋਂ ਕਾਊਂਟਿੰਗ ਹੋਵੇ ਉਦੋਂ ਵੀ ਕਰਵਾਈ ਜਾਏ, ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ? ਅਸੀਂ ਵੀਡੀਓਗ੍ਰਾਫੀ ਜਿਹੜੀ ਹੈਗੀ ਨੋਮੀਨੇਸ਼ਨ ਪ੍ਰੋਸੈਸ ਵਿੱਚ ਵੀ ਪੂਰੀ ਕਰਾਈ ਹੈ, ਪੋਲਿੰਗ ਦਿਨ ਵੀ ਪੂਰੀ ਕਰਾਈ ਹੈ, ਔਰ ਕਾਊਂਟਿੰਗ ਦਿਨ ਵੀ ਅਸੀਂ ਪੂਰੀ ਆਲਰੇਡੀ ਇੰਸਟਰਕਸ਼ਨਸ ਦੇ ਚੁੱਕੇ ਹੈਗੇ। ਕਾਊਂਟਿੰਗ ਵਿੱਚ ਤਾਂ ਬਹੁਤ ਇਟਸ ਨਾਟ ਅ ਬਿਗ ਟਾਸਕ ਟੂ ਡੂ ਦੀ ਵੀਡੀਓਗ੍ਰਾਫੀ ਬਿਕੋਜ਼ 141 ਕਾਊਂਟਿੰਗ ਸੈਂਟਰਸ ਹੈਗੇ ਆ ਕੇਵਲ ਪੂਰੇ ਸਟੇਟ ਵਿੱਚ। ਤਾਂ ਉਹਨਾਂ ਵਿੱਚੋਂ ਵੀਡੀਓਗ੍ਰਾਫੀ, CCTV ਕੈਮਰਾ ਐਟਸੈਟਰਾ ਸਾਰੇ ਆਰਡਰਸ ਦੇ ਚੁੱਕੇ ਹਾਂ ਅਸੀਂ। ਔਰ ਅਸੀਂ ਇਨਫੈਕਟ ਇਹ ਵੀ ਇੱਥੇ ਤੱਕ ਵੀ ਕਿਹਾ ਹੈਗਾ ਕਿ ਜਿਹੜੀ ਵੀਡੀਓਗ੍ਰਾਫੀ ਹੈਗੀ ਉਹਦੀ ਜਿਹੜੀ ਰਿਕਾਰਡਿੰਗ ਹੈਗੀ ਉਹ ਪ੍ਰੀਜ਼ਰਵ ਕੀਤੀ ਜਾਵੇ, ਘੱਟੋ ਘੱਟ 6 ਮਹੀਨੇ ਵਾਸਤੇ ਪ੍ਰੀਜ਼ਰਵ ਕੀਤੀ ਜਾਵੇ। ਬਾਈ ਚਾਂਸ ਕੱਲ੍ਹ ਨੂੰ ਲੋੜ ਪੈ ਸਕਦੀ ਹੈ ਤਾਂ ਅਸੀਂ ਉਹਦੇ ਵਾਸਤੇ ਵੀ ਵੀਲ ਬੀ ਹੈਵਿੰਗ ਦ ਰਿਕਾਰਡਿੰਗਸ। ਸ਼ੁਕਰੀਆ ਸਰ। ਤਾਂ ਸਾਡੇ ਨਾਲ ਰਾਜ ਚੋਣ ਅਧਿਕਾਰੀ ਰਾਜ ਕਮਲ ਚੌਧਰੀ ਜੀ ਸੀਗੇ ਤੇ ਗੱਲਬਾਤ ਕਰਦੇ ਪਏ ਸੀ ਕਿ ਇਹਨਾਂ ਨੇ ਦੱਸਿਆ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿੱਥੋਂ ਘਟਨਾਵਾਂ ਸਾਹਮਣੇ ਆਈਆਂ ਨੇ ਉਹਦੇ ਵਾਸਤੇ ਇੱਕ ਤਾਂ ਲਿਖ ਦਿੱਤਾ ਗਿਆ ਹੈ ਤਾਂ ਕਿ ਉਹਦੇ ਤੇ ਕਾਰਵਾਈ ਹੋਵੇ, ਦੂਜਾ 16 ਥਾਵਾਂ ਦੇ ਉੱਤੇ ਜਿਹੜੀ ਰੀਪੋਲ ਹੈਗੀ ਹੈ ਉਹ ਕਰਵਾਈ ਜਾਏਗੀ। ਇਸ ਤੋਂ ਇਲਾਵਾ ਜਦੋਂ ਕਾਊਂਟਿੰਗ ਹੋਏਗੀ ਉਹਦੇ ਵਾਸਤੇ ਵੀ ਵੀਡੀਓਗ੍ਰਾਫੀ ਦੇ ਸੁਨੇਹੇ ਜਿਹੜੇ ਉਹ ਭੇਜ ਦਿੱਤੇ ਗਏ ਨੇ।